गुड मॉर्निंग स्टूडेंट बेटा जी अज असी करांगे चैप्टर 5 साडे चैप्टर का नाम है सम ग्लिप्सिस ऑफ एनसेट इंडिया थाउट एंड प्रैक्टिस। मतलब ग्लिप्सिस का मतलब हुंदा है कि झलकियाँ। इनसेट इंडिया मतलब प्राचीन भारत दियाँ। इस तरह साडे लैसन का नाम बनया पंजाबी विच प्राचीन भारत दियाँ कुछ झलकियाँ विचार ते प्रैक्टिस। ठीक है बेटा, जिहदे विच पहला पैरा पढ़ना शुरू करांगे। ਇਹਦਾ ਸਾਡਾ ਪਹਿਲਾ ਪੈਰਾ ਹੈ ਇਨ ਏ ਫਾਈਟ ਬਿਟਵੀਨ ਦਾ ਡਿਮੋਨਸ ਐਂਡ ਦਾ ਗੋਡਸ ਵਨਸ। ਕਹਿੰਦੇ ਕਿ ਇੱਕ ਵਾਰੀ ਸੁਰ ਅਸੁਰ ਤੇ ਦੇਵਤਿਆਂ ਦੇ ਵਿੱਚ ਜਿਹੜੀ ਹੀ ਰਾਖਸ਼ਾਂ ਤੇ ਦੇਵਤਿਆਂ ਵਿੱਚ ਜਿਹੜੀ ਹੀ ਲੜਾਈ ਸ਼ੁਰੂ ਹੋ ਗਈ। ਦਾ ਡਿਮੋਨਸ ਵਰ ਹੈਵਿੰਗ ਐਨ ਅਪਰ ਹੈਂਡ। ਤੇ ਜਿਹੜੇ ਹੈਗੇ ਹੀ ਦੇਵ ਜਿਹੜੇ ਅਸੁਰ ਹੈਗੇ ਹੀ ਰਾਖਸ਼ ਹੈਗੇ ਹੀ ਉਹ ਬਹੁਤ ਪਾਵਰਫੁਲ ਹੀ। ਕਹਿਣ ਦਾ ਮਤਲਬ ਕਿ ਉਹਨਾਂ ਦਾ ਹੱਥ ਜਿਹੜਾ ਹੀ ਵੱਡਾ ਹੀ। ਕਹਿਣ ਦਾ ਮਤਲਬ ਕਿ ਉਹ ਉਹਨਾਂ 'ਤੇ ਭਾਰੀ ਹੀ ਕਿੰਨਾ 'ਤੇ ਜਿਹੜੇ ਦੂਤ ਉਹਨਾਂ ਜਿਹੜੇ ਹੈਗੇ ਨੇ ਗੋਡਸ ਦੇਵਤੇ ਉਹਨਾਂ 'ਤੇ। ਠੀਕ ਹੈ। ਇਨ ਡੈਸਪੀਰੇਸ਼ਨ ਐਂਡ ਐਗਜ਼ਾਈਟੀ ਦਾ ਗੋਡਸ ਵੈਂਟ ਟੂ ਲੋਰਡ ਵਿਸ਼ਨੂੰ ਟੂ ਫਾਈਂਡ ਆਊਟ ਐਜ਼ ਟੂ ਹਾਊ ਦੇ ਕੁਡ ਰੈਸਕਿਊ ਦਾ ਡਿਮੋਨਸ। ਕਹਿੰਦੇ ਕਿ ਇਸ ਮਤਲਬ ਚਿੰਤਾ ਦੇ ਵਿੱਚ ਅਤੇ ਨਿਰਾਸ਼ਾ ਦੇ ਵਿੱਚ ਜਿਹੜੇ ਹੀ ਦੇਵਤੇ ਉਹ ਲੋਰਡ ਭਗਵਾਨ ਵਿਸ਼ਨੂੰ ਕੋਲ ਗਏ ਕਿ ਸਾਨੂੰ ਕੋਈ ਆਈਡੀਆ ਦੇਣ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਜਿਹੜੇ ਹੈਗੇ ਨੇ ਰਾਖਸ਼ ਉਹਨਾਂ ਨੂੰ ਕਿਸ ਤਰ੍ਹਾਂ ਹੀ ਮਾਰ ਸਕਦੇ ਹਾਂ। ਦਾ ਲੋਰਡ ਐਡਵਾਈਸ ਦੈਮ ਟੂ ਗਟ ਏ ਮਾਈਟੀ ਸਵਰਡ। ਕਹਿੰਦੇ ਕਿ ਉਹਨਾਂ ਨੇ ਜਿਹੜਾ ਹੈ ਭਗਵਾਨ ਹੀ ਉਹਨੇ ਐਡਵਾਈਸ ਦਿੱਤੀ ਕਿ ਤੁਸੀਂ ਇੱਕ ਵਧੀਆ ਮਤਲਬ ਕਿ ਇੱਕ ਤਲਵਾਰ ਬਣਾਓ। ਥੰਡਰ ਬੋਲਡ ਐਂਡ ਵਜਰਪਤ। ਕਹਿੰਦੇ ਕਿ ਇਹੋ ਜਿਹੀ ਤਲਵਾਰ ਬਣਾਓ ਜਿਹੜੀ ਕਿ ਕਿਸ ਤਰ੍ਹਾਂ ਬਣੇਗੀ। ਪ੍ਰਪੇਅਰ ਫਰੋਮ ਦਾ ਬੋਨਸ ਆਫ ਸਮ ਗ੍ਰੇਟ ਸੈਂਗ। ਜਿਹਨੂੰ ਕਿ ਇਹ ਮਤਲਬ ਜਿਹੜਾ ਇਹ ਬਹੁਤ ਹੀ ਮਹਾਨ ਸੰਤ ਦੀਆਂ ਹੱਡੀਆਂ ਤੋਂ ਤਿਆਰ ਹੋਵੇ ਉਹੋ ਜਿਹੀ ਤਲਵਾਰ ਬਣਾਓ। ਠੀਕ ਹੈ। ਫਿਰ ਕਹਿੰਦੇ ਅੱਗੇ ਹੈਗਾ ਅਕੋਰਡਿੰਗ ਦਾ ਗੋਡਸ ਅਪਰੋਚ ਦਾ ਸੈਂਗ ਦਦੀਚੀ ਇਹ ਗ੍ਰੇਟ ਸੰਤ। ਕਹਿੰਦੇ ਕਿ ਉਹਨਾਂ ਨੇ ਜਿਹੜਾ ਹੈਗਾ ਇਹ ਵਿਸ਼ਨੂੰ ਭਗਵਾਨ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਉਹਨਾਂ ਨੇ ਸੰਤ ਜਿਹੜਾ ਦਦੀਚੀ ਉਹਦਾ ਨਾਂ ਲਿਆ ਕਿਉਂਕਿ ਉਹ ਮਹਾਨ ਸੰਤ ਹੀ। ਦਦੀਚੀ ਟੁਕ ਨੋ ਟਾਈਮ ਇਨ ਲੇਇੰਗ ਡਾਊਨ ਹਿਜ਼ ਲਾਈਫ ਸੋ ਡੈਟ ਹਿਜ਼ ਬੋਨਸ ਕੁਡ ਬੀ ਮੇਡ ਇਨਟੂ ਐਨ ਇਨਵਿੰਸੀਬਲ ਵੀਪਲ। ਠੀਕ ਹੈ। ਕਹਿੰਦੇ ਕਿ ਇਨਵਿਜ਼ੀਬਲ ਵੀਪਲ ਜਿਹੜਾ ਹੀ ਕਿਹੜਾ ਹੀ ਅਮੋਂਗ ਸ਼ਸਤਰਾ। ਕਹਿੰਦੇ ਕਿ ਜਦੋਂ ਉਹਦੇ ਕੋਲ ਗਏ ਦੇਵਤਾ ਗਏ ਦਦੀਚੀ ਕੋ ਤੇ ਉਹਨੇ ਜਰਾ ਜਿੰਨੀ ਟਾਈਮ ਨਹੀਂ ਲਗਾਇਆ ਸੋਚਣ ਵਿੱਚ, ਬਸ ਉਹ ਜ਼ਮੀਨ 'ਤੇ ਲੇਟ ਗਿਆ ਤੇ ਉਹਨੇ ਆਪਣੀਆਂ ਹੱਡੀਆਂ ਜਿਹੜੀਆਂ ਉਹਨਾਂ ਨੂੰ ਮਤਲਬ ਉਹਦੀ ਬੋਡੀ ਸਾਰੀ ਆਪਣੀ ਭਗਤੀ ਨਾਲ ਕਹਿ ਲਓ। ਪਹਿਲਾਂ ਮਹਾਨ ਸੰਤ ਹੁੰਦੇ ਸੀ। ਠੀਕ ਹੈ ਬੇਟਾ। ਤੇ ਉਹਨੇ ਆਪਣੀ ਭਗਤੀ ਨਾਲ ਆਪਣੇ ਆਪ ਨੂੰ ਭਸਮ ਕਰ ਦਿੱਤਾ ਤੇ ਉਹਦੀਆਂ ਹੱਡੀਆਂ ਜਿਹੜੇ ਦੇਵਤਾ ਲੈ ਕੇ ਚਲੇ ਗਏ। ਠੀਕ ਹੈ। ਫਿਰ ਕਹਿੰਦੇ this victory of a good over evil in the rarest of rare example of great renunciation and sacrifice that this culture teach। ਕਹਿੰਦੇ ਕਿ ਇਹ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਜਿਹੜੀ ਹੈ ਮਹਾਨ ਤਿਆਗ ਤੇ ਕੁਰਬਾਨੀ ਦੀਆਂ ਦੁਰਲਭ ਉਦਾਹਰਨਾਂ ਨੇ ਜੋ ਕਿ ਇਹ ਸਭਤਾ ਸਾਨੂੰ ਸਿਖਾਉਂਦੀ ਹੈ। ਸਾਡਾ ਕਲਚਰ ਜਿਹੜਾ ਸਾਨੂੰ ਇਹ ਸਿਖਾਉਂਦਾ ਹੈ। ਠੀਕ ਹੈ। ਫਿਰ ਕਹਿੰਦੇ we can forget how we can forget ਕਹਿੰਦੇ the supreme sacrifice of the young son of ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਕਹਿੰਦੇ ਕਿ ਕੌਣ ਮਤਲਬ ਕੌਣ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਹੀ ਉਹਨਾਂ ਦੀ ਕੁਰਬਾਨੀ ਨੂੰ ਕੌਣ ਭੁੱਲ ਸਕਦਾ ਹੈ। ਦੇ ਚੂਜ਼ ਟੂ ਦਾ ਬ੍ਰਿਕਡ ਅ ਲਾਈਫ ਆਫ ਦਾ ਸ਼ੇਕ ਆਫ ਦੇਅਰ ਫੇਥ ਐਂਡ ਦਾ ਕੈਨਨਸ ਆਫ ਜਸਟਿਸ ਐਂਡ ਟਰੂ ਲਿਬਰਟੀ। ਉਹਨਾਂ ਨੇ ਕੀ ਕੀਤਾ ਗੁਰੂ ਜੀ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਤੋਂ ਸਾਨੂੰ ਸਾਰਿਆਂ ਨੂੰ ਪਤਾ। ਠੀਕ ਹੈ। ਉਹਨਾਂ ਨੇ ਆਪਣੇ ਵਿਸ਼ਵਾਸ ਨਿਆਂ ਅਤੇ ਸੱਚੀ ਆਜ਼ਾਦੀ ਦੇ ਸਿਧਾਂਤ ਦੀ ਖਾਤਰ ਆਪਣੇ ਆਪ ਨੂੰ ਜਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ। ਠੀਕ ਹੈ। ਉਹਨਾਂ ਨੇ ਇਹ ਕਬੂਲ ਕੀਤਾ ਕਿ ਆਪਣੇ ਆਪ ਨੂੰ ਹੀ ਆਪਣੇ ਮਤਲਬ ਆਜ਼ਾਦੀ ਵਾਸਤੇ ਨਿਆਂ ਵਾਸਤੇ ਇਹਦੇ ਵਾਸਤੇ ਸੱਚੇ ਵਿਸ਼ਵਾਸ ਵਾਸਤੇ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਜਿੰਦਾ ਨੀਹਾਂ ਵਿੱਚ ਆਪਣੇ ਆਪ ਨੂੰ ਚਿਣਨ ਦਾ ਹੁਕਮ ਦੇ ਦਿੱਤਾ ਕਿ ਸਾਨੂੰ ਮਤਲਬ ਕੋਈ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਹੱਸਦੇ ਨੀਹਾਂ ਵਿੱਚ ਆਪਣੇ ਆਪ ਨੂੰ
मतलब चिनवान ਲਈ ਕਿਹਾ। ਠੀਕ ਹੈ। ਫਿਰ ਕਹਿੰਦੇ our philosophy and thought teach us to renounce, to sacrifice, to give away in the charity, in the real spirit of the detachment। ਠੀਕ ਹੈ। ਫਿਰ ਕਹਿੰਦੇ ਕਿ ਜਿਹੜਾ ਸਾਡਾ ਫਿਲੋਸਫੀ ਹੈ, ਸਾਡਾ ਫਲਸਫਾ ਹੈ ਅਤੇ ਵਿਚਾਰ ਸਾਨੂੰ ਨਿਰਪੇਖਤਾ ਦੀ ਅਸਲ ਭਾਵਨਾ ਵਿੱਚ ਤਿਆਗ, ਕੁਰਬਾਨੀ, ਦਾਨ ਦੇਣ ਲਈ ਸਿਖਾਉਂਦੀ ਹੈ। ਫਿਰ ਕਹਿੰਦੇ ਅੱਗੇ ਕਿਹਾ ਐਦਮ ਨਾਮਮ, ਐਦਮ ਨਾਮਮ ਮਤਲਬ ਇਹਦਾ ਮਤਲਬ ਕਿਆ ਹੈ ਦਿਸ ਡਜ਼ ਨੋਟ ਬਿਲੋਂਗ ਟੂ ਮੀ, ਇਹ ਕਿ ਇਹਦਾ ਮਤਲਬ ਹੈ ਕਿ ਮੇਰਾ ਇਸ ਦੇ ਨਾਲ ਕੋਈ ਸੰਬੰਧ ਨਹੀਂ ਹੈ ਜਾਂ ਇਹ ਮੇਰਾ ਨਹੀਂ ਹੈ। ਇਜ਼ ਦਾ ਰੀਅਲ ਸਪਿਰਿਟ ਬਿਹਾਈਂਡ ਜਗਸ ਵੀ ਆਰ ਕਾਲਡ ਅਪਨ ਟੂ ਦਾ ਪਰਫੋਰਮੈਂਸ ਫ੍ਰੀਕੁਐਂਟਲੀ ਇਨ ਆਵਰ ਹਾਊਸ। ਕਹਿੰਦੇ ਕਿ ਇਹ ਜਿਹੜੀ ਥਿੰਕਿੰਗ ਹੈ ਕਿ ਕੁਝ ਵੀ ਮੇਰਾ ਨਹੀਂ ਹੈ, ਕਹਿੰਦੇ ਕਿ ਇਹ ਅਸਲ ਵਿੱਚ ਉਹ ਵਿਚਾਰਧਾਰਾ ਹੈ, ਉਹ ਜੱਗ ਨੇ, ਉਹ ਹਮਨ ਨੇ ਜਿਹੜੇ ਕਿ ਅਸੀਂ ਉਹਨਾਂ ਹਮਨਾਂ ਦੀ ਜੱਗ ਦੀ ਜਿਹੜਾ ਸਿਧਾਂਤ ਹੈ ਜਿਹੜੇ ਕਿ ਅਸੀਂ ਰੈਗੂਲਰਲੀ ਆਪਣੇ ਘਰਾਂ ਵਿੱਚ ਕਰਵਾਉਂਦੇ ਰਹਿੰਦੇ ਹਾਂ। ਠੀਕ ਹੈ। should corruption, greed and lust for easy money have any place in the country rich with such noble and loyalty tradition। ਫਿਰ ਕਹਿੰਦੇ ਨੇ ਕਿ ਜਿਹੜੇ ਇੰਨੇ ਚੰਗੇ ਵਿਚਾਰ ਨੇ, ਜਿਸ ਸਾਡੇ ਜਿਹੜਾ ਕਲਚਰ ਹੈ ਉਹ ਇੰਨਾ ਸ਼ੁੱਧ ਹੈਗਾ। ਠੀਕ ਹੈ। ਅਤੇ ਫਿਰ ਸਾਡੇ ਵਿੱਚ ਭ੍ਰਿਸ਼ਟਾਚਾਰ ਜਿਹੜਾ ਇਹ ਮਤਲਬ ਸਾਡੇ ਵਿੱਚ ਭ੍ਰਿਸ਼ਟਾਚਾਰ ਕਿਸ ਤਰ੍ਹਾਂ ਆ ਸਕਦਾ ਵਾ, ਜਿਹੜੇ ਕਿ ਅਸੀਂ ਮਹਾਨ ਆਪਣੇ ਘਰਾਂ 'ਚ ਜੱਗ ਕਰਵਾਉਂਦੇ ਹਾਂ, ਹਮਨ ਕਰਵਾਉਂਦੇ ਹਾਂ, ਸਾਨੂੰ ਕੀ ਇਹ ਭ੍ਰਿਸ਼ਟਾਚਾਰ ਕਰਨਾ ਸਿਖਾਉਂਦੇ ਨੇ? ਨਹੀਂ ਸਿਖਾਉਂਦੇ। ਫਿਰ ਕਹਿੰਦੇ ਕਿ ਇੰਨੇ ਮਹਾਨ, ਨੇਕ ਅਤੇ ਬੁਲੰਦ ਜਿੱਦਾਂ ਦੇਸ਼ ਦੀਆਂ ਪਰੰਪਰਾਵਾਂ ਨੇ, ਉਹਦੇ ਵਿੱਚ ਲਾਲਚ ਜਾਂ ਕਿਸੇ ਜਲਦੀ ਆਸਾਨੀ ਨਾਲ ਪੈਸੇ ਕਮਾਉਣ ਦਾ ਲਾਲਚ, ਇਹੋ ਜਿਹੀ ਚੀਜ਼ਾਂ ਦੀ ਕੋਈ ਵੀ ਥਾਂ ਨਹੀਂ ਹੈ, ਕਿਉਂਕਿ ਸਾਡਾ ਕਲਚਰ ਸਾਨੂੰ ਇਹ ਚੀਜ਼ਾਂ ਨਹੀਂ ਸਿਖਾਉਂਦਾ। ਸਾਡਾ ਸੈਕਿੰਡ ਪੈਰਾ ਹੈ, ਉਹਦੇ ਵਿੱਚ ਅਸੀਂ ਪੜ੍ਹਾਂਗੇ ਕਹਿੰਦਾ ਦਾ ਐਲਡਰ ਵਨਸ ਆਫ ਦਿਸ ਕੰਟਰੀ, ਕਹਿੰਦੇ ਇਸ ਦੇਸ਼ ਦੇ ਬਜ਼ੁਰਗ, ਦਾ ਐਲਡਰ ਵਨਸ ਆਫ ਦਿਸ ਕੰਟਰੀ, ਇਸ ਦੇਸ਼ ਦੇ ਬਜ਼ੁਰਗ ਐਜ਼ ਪਰ ਟ੍ਰੈਡੀਸ਼ਨਲ ਕਮਿੰਗ ਡਾਊਨ ਫਰੋਮ ਥਾਊਜ਼ੈਂਡ ਆਫ ਈਅਰ ਟੂ ਦਿਸ ਡੇ, ਕਹਿੰਦੇ ਕਿ ਹਜ਼ਾਰਾਂ ਸਾਲ ਤੋਂ ਅੱਜ ਤੱਕ ਚਲੀ ਆ ਰਹੀ ਪਰੰਪਰਾ ਅਨੁਸਾਰ, ਕਿਹੜੀ ਪਰੰਪਰਾ ਇਹ ਪੜ੍ਹਾਂਗੇ। ਕਹਿੰਦੇ ਨੇ ਕੰਸੀਡਰ ਇਟ ਏ ਡਿਵਾਈਨ ਐਂਡ ਬਲੈਸਡ ਡਿਊਟੀ ਟੂ ਫੀਡ ਦਾ ਬਰਡ ਫਲਾਈਂਗ ਇਨ ਦਾ ਸਕਾਈ, ਕਹਿੰਦੇ ਕਿਹੜੀ ਪਰੰਪਰਾ ਸਾਡੀ ਚੱਲੀ ਆ ਰਹੀ, ਅਸਮਾਨ ਵਿੱਚ ਉੜਦੇ ਪੰਛੀਆਂ। ਠੀਕ ਹੈ। ਅਸਮਾਨ 'ਤੇ ਉੜਦੇ ਪੰਛੀਆਂ, ਦਾ ਐਨੀਮਲ ਮੂਵਿੰਗ ਅਬਾਊਟ ਔਨ ਦਾ ਅਰਥ ਐਂਡ ਦਾ ਇਨਸੈਂਟ ਲਿਵਿੰਗ ਇਨ ਸਮਾਲ ਹਾਲਸ ਇਨਸਾਈਡ ਦਾ ਅਰਥ। ਫਿਰ ਕਹਿੰਦੇ ਕਿ ਧਰਤੀ 'ਤੇ ਇੱਕ ਆਸਮਾਨ ਦੇ ਉੱਡਦੇ ਪੰਛੀ ਅਤੇ ਧਰਤੀ 'ਤੇ ਘੁੰਮਦੇ ਜਾਨਵਰ ਅਤੇ ਛੋਟੇ ਛੋਟੇ ਟੋਇਆਂ ਦੇ ਵਿੱਚ ਰਹਿਣ ਵਾਲੇ ਛੋਟੇ ਛੋਟੇ ਕੀੜਿਆਂ ਮਕੌੜਿਆਂ ਨੂੰ ਰੱਬ ਵੱਲੋਂ ਕੀ ਹੁੰਦਾ, ਮਤਲਬ ਹਰ ਇੱਕ ਕੀੜਾ ਮਕੌੜਾ, ਹਰ ਜੋ ਵੀ ਸੰਸਾਰ ਵਿੱਚ ਹੈਗਾ ਪਰਮਾਤਮਾ ਨੇ ਉਹਨਾਂ ਦਾ ਖਾਣ ਪੀਣ ਦਾ ਅਰੇਂਜਮੈਂਟ ਕੀਤਾ ਹੁੰਦਾ। ਅਤੇ ਸਾਡੇ ਬਜ਼ੁਰਗ ਵੀ ਸਾਨੂੰ ਇਹੀ ਸਿਖਾਉਂਦੇ ਨੇ ਕਿ ਹਮੇਸ਼ਾ ਜਾਨਵਰਾਂ ਨਾਲ ਪਿਆਰ ਕਰੋ, ਉਹਨਾਂ ਨੂੰ ਖਵਾਓ। ਠੀਕ ਹੈ। ਇਹ ਕੀ ਪਰੰਪਰਾ ਸਾਡੀ ਮਤਲਬ ਹਜ਼ਾਰਾਂ ਸਾਲ ਪਹਿਲਾਂ ਤੋਂ ਚਲੀ ਆ ਰਹੀ ਹੈ। ਠੀਕ ਹੈ। ਫਿਰ ਕਹਿੰਦੇ ਇਹਦਾ ਆਏਗਾ ਹਾਂਜੀ, ਦਾ ਨੋਬਲ ਨੈਸ਼ਨਲ ਇਜ਼ ਐਨ ocular proof of the fact that the people of this country believe in the unity of life anywhere and everywhere। ਕਹਿੰਦੇ ਕਿ ਇਹ ਉੱਤਮ ਪਰੰਪਰਾ ਇਸ ਗੱਲ ਦਾ ਪ੍ਰਮਾਣ ਹੈ, ਪ੍ਰੂਫ ਹੈ ਕਿ ਇਸ ਦੇਸ਼ ਦੇ ਲੋਕ ਕਿਤੇ ਵੀ ਹੋਣ ਜਾਂ ਹਰ ਜਗ੍ਹਾ 'ਤੇ ਜੀਵਨ ਦੀ ਏਕਤਾ ਵਿੱਚ ਕੀ ਕਰਦੇ ਨੇ, ਵਿਸ਼ਵਾਸ ਰੱਖਦੇ ਨੇ। ਫਿਰ ਕਹਿੰਦੇ ਵਾਸੂਦੇਵ ਕੁਟੁੰਬਕਮ, ਇਹਦਾ ਮਤਲਬ ਹੈ ਦਾ ਇੰਟਾਇਰ ਯੂਨੀਵਰਸ ਇਜ਼ ਵਨ ਫੈਮਿਲੀ। ਇਹਦਾ ਮਤਲਬ ਹੈ ਕਿ ਸਾਰਾ ਸੰਸਾਰ ਜਿਹੜਾ ਹੈ, ਸਾਰਾ ਬ੍ਰਹਿਮੰਡ ਜਿਹੜਾ ਹੈ ਉਹ ਇੱਕ ਪਰਿਵਾਰ ਹੈ। ਠੀਕ ਹੈ। ਇੱਕ ਫੈਮਿਲੀ ਤਰ੍ਹਾਂ ਹੈ। ਇਸ ਦਾ ਬੇਸਿਸ ਥਾਟ ਡੈਟ ਵਰਕ ਹਰ ਐਂਡ ਇਨ ਦਾ ਵੇਰੀਅਸ ਸਚ ਸੈਰਮਨੀ ਲਾਈਕ ਦਾ ਟ੍ਰੈਡੀਸ਼ਨਲ ਆਫ ਲੰਗਰ ਇਨ ਦਾ ਹੋਲੀ ਟੈਂਪਲ ਐਂਡ ਗੁਰੂਦੁਆਰਾਸ and the message of holy guru contained in the directive। ਠੀਕ ਹੈ। ਫਿਰ ਕਹਿੰਦੇ ਕਿ ਸਾਰਾ ਸੰਸਾਰ ਕੀ ਹੈ, ਇੱਕ ਪਰਿਵਾਰ ਹੈ। ਇਹ ਭਾਵਨਾ ਕਿਹੜੀ ਹੈ, ਹਰ ਸੰਸਾਰ ਕਹਿੰਦੇ ਨੇ ਕਿ ਜੇ ਸਮੁੱਚਾ ਬ੍ਰਹਿਮੰਡ ਹੈ ਇਹ ਇੱਕ ਪਰਿਵਾਰ ਹੈ। ਇਹ ਮੂਲ ਵਿਚਾਰ ਹੈ ਜੋ ਇੱਥੇ ਮਤਲਬ ਕੰਮ ਕਰਦਾ ਹੈ ਅਤੇ ਇਹ ਅਜਿਹੇ ਵੱਖ-ਵੱਖ ਸਮਾਰੋਹ ਜਿਵੇਂ ਕਿ ਪਵਿੱਤਰ ਮੰਦਰ, ਗੁਰਦੁਆਰੇ ਵਿੱਚ ਲੰਗਰ ਦੀ ਪਰੰਪਰਾ ਅਤੇ ਇਸ ਦੇ ਨਿਰਦੇਸ਼ ਵਿੱਚ ਸ਼ਾਮਲ ਹੈ।
ਜਿਹੜੇ ਕਿ ਪਵਿੱਤਰ ਗੁਰੂਆਂ ਨੇ ਸਾਨੂੰ ਦਿੱਤਾ। ਕਿਹੜਾ ਨਿਰਦੇਸ਼ ਦਿੱਤਾ ਸਾਨੂੰ ਗੁਰੂਆਂ ਨੇ, ਕਿਹੜੇ ਪ੍ਰਿੰਸੀਪਲ ਦਿੱਤੇ? ਈਟ ਓਨਲੀ ਆਫਟਰ ਯੂ ਹੈਵ ਸ਼ੇਅਰ ਯੂਰ ਮੀਲ ਵਿਦ ਅਦਰਸ, ਵੰਡ ਛਕੋ। ਠੀਕ ਹੈ, ਸਾਨੂੰ ਸਾਡੇ ਗੁਰੂਆਂ ਨੇ ਕੀ ਸਿਖਾਇਆ ਵਾ ਕਿ ਸਭ ਤੋਂ ਆਪਣਾ ਭੋਜਨ ਦੂਜਿਆਂ ਨਾਲ ਸਾਂਝਾ ਕਰਨ ਤੋਂ ਬਾਅਦ ਹੀ ਖਾਓ। ਇਹਦਾ ਮਤਲਬ ਕਿ ਵੰਡ ਛਕੋ। ਠੀਕ ਹੈ, ਵੰਡ ਛਕੋ। ਦਿਸ ਆਈਡੀਆ ਆਫ ਡਿਸਟਰੀਬਿਊਸ਼ਨ ਅਪਲਾਈਂਗ ਨੋਟ ਟੂ ਫੂਡ ਓਨਲੀ, ਕਹਿੰਦੇ ਕਿ ਇਹ ਜਿਹੜਾ ਵੰਡ ਛਕੋ ਦਾ ਹੈਗਾ ਸਿਧਾਂਤ, ਇਹ ਸਿਰਫ ਫੂਡ 'ਤੇ ਹੀ ਅਪਲਾਈ ਨਹੀਂ ਹੁੰਦਾ ਕਿ ਸਿਰਫ ਤੁਸੀਂ ਭੋਜਨ ਹੀ ਆਪਣਾ ਵੰਡ ਕੇ ਨਹੀਂ ਛਕਣਾ, ਬਲਕਿ ਹੋਰ ਵੀ ਚੀਜ਼ਾਂ। ਕਿਹੜੀਆਂ ਚੀਜ਼ਾਂ ਅੱਗੇ ਦੱਸਿਆ, ਕਹਿੰਦੇ it extend well up to the entire resource and funds are that available to man। ਕਹਿੰਦੇ ਕਿ ਵੰਡ ਦਾ ਇਹ ਸਿਧਾਂਤ ਜਿਹੜਾ ਸਿਰਫ ਭੋਜਨ 'ਤੇ ਹੀ ਨਹੀਂ ਲਾਗੂ ਹੁੰਦਾ, ਬਲਕਿ ਇਹ ਮਨੁੱਖ ਲਈ ਉਪਲਬਧ ਸਾਰੇ ਸਰੋਤ ਹੋ ਗਏ, ਫੰਡ ਹੋ ਗਏ, ਉਹ 'ਤੇ ਵੀ ਚੰਗੀ ਤਰ੍ਹਾਂ ਜਿਹੜਾ ਇਹ ਲਾਗੂ ਹੁੰਦਾ ਵੰਡ ਚੱਖਣ ਵਾਲਾ ਸਿਧਾਂਤ। ਠੀਕ, ਫਿਰ ਅੱਗੇ ਉਹਨਾਂ ਨੇ ਕੁਐਸਚਨ ਕੀ ਕੀਤਾ ਹੈ, ਡੂ ਵੀ ਸਟਿਲ ਨੀਡ ਟੂ ਬੀ ਟਾਟ to love the entire mankind as out kith and kin and respect the sanctity of life through total non-violence। ਫਿਰ ਇਹਦੇ ਵਿੱਚ ਕੁਐਸਚਨ ਕੀਤਾ ਹੈ ਕਿ ਸਾਨੂੰ ਅਜੇ ਵੀ ਸਮੁੱਚੀ ਮਤਲਬ ਹਰ ਇਨਸਾਨ ਨੂੰ ਆਪਣੇ ਪਰਿਵਾਰ ਜਾਂ ਰਿਸ਼ਤੇਦਾਰ ਵਾਂਗ ਪਿਆਰ ਕਰਨਾ ਹੈ, ਕਿ ਅਸੀਂ ਕਰਾਂਗੇ ਜਾਂ ਕਰਦੇ ਪਏ ਹਾਂ। ਫਿਰ ਕਹਿੰਦੇ ਕਿ ਪੂਰੀ ਅਹਿੰਸਾ ਰਾਹੀਂ ਜੀਵਨ ਦੀ ਪਵਿੱਤਰਤਾ ਦਾ ਸਤਿਕਾਰ ਕਰਨਾ ਸਿਖਾਉਣ ਦੀ ਸਾਨੂੰ ਹਜੇ ਲੋੜ ਹੈਗੀ ਹੈ ਕਿ ਨਹੀਂ। ਕਹਿਣ ਦਾ ਮਤਲਬ ਹੈ ਕਿ ਅਜੇ ਵੀ ਹੁਣ ਵੀ ਅਸੀਂ ਜਿਹੜਾ ਇੱਕ ਦੂਜੇ ਨਾਲ ਪਿਆਰ ਕਰਦੇ ਹਾਂ, ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਹਾਂ, ਕਿ ਇਹ ਚੀਜ਼ਾਂ ਸਾਨੂੰ ਸਿਖਾਉਣ ਦੀ ਲੋੜ ਹੈਗੀ ਹੈ ਕਿ ਨਹੀਂ। ਠੀਕ ਹੈ ਬੇਟਾ, ਇਸ ਤਰ੍ਹਾਂ ਅਸੀਂ ਇਸ ਲੈਸਨ ਦੇ 2 ਟੋਪਿਕ ਜਿਹੜੇ ਸੋਲਵ ਕਰ ਰਹੇ ਨੇ। ਕਹਿਣ ਦਾ ਮਤਲਬ ਪੜ੍ਹ ਲਏ ਨੇ, ਸਮਝ ਆ ਗਿਆ। ਇੱਕ ਦਧੀਚੀ ਵਾਲੀ ਜਿਹੜੇ ਸੰਤ ਹੋਏ ਨੇ ਉਹਨਾਂ ਦੀ ਕਹਾਣੀ, ਅਤੇ ਦੂਜਾ ਕਿ ਪਰਮਾਤਮਾ ਨੇ ਜਿਹੜੇ ਵੀ ਇਨਸਾਨ ਨੂੰ ਪੈਦਾ ਕੀਤਾ ਹੈ, ਇਨਸਾਨ ਤੋਂ ਲੈ ਕੇ ਪਕਸ਼ੀਆਂ ਤੱਕ, ਜਾਨਵਰਾਂ ਤੱਕ, ਕੀੜੇ ਮਕੌੜਿਆਂ ਤੱਕ ਸਭ ਦਾ ਖਾਣ ਦਾ ਅਰੇਂਜਮੈਂਟ ਕੀਤਾ ਹੈ। ਠੀਕ ਹੈ, ਫਿਰ ਨੈਕਸਟ ਵੀਡੀਓ 'ਚ ਅਸੀਂ 2 ਟੋਪਿਕ ਲਵਾਂਗੇ। ਠੀਕ ਹੈ ਬੇਟਾ, ਉਹ ਵੀ ਕਹਾਣੀਆਂ ਹੀ ਆ, ਤੁਹਾਨੂੰ ਈਜ਼ੀ ਸਮਝ ਆ ਜਾਣਗੀਆਂ। ਨੈਕਸਟ ਵੀਡੀਓ 'ਚ